ਤੇ ਅੱਜ ਤੁਹਾਡਾ ਆਪਾਂ 6th ਚੈਪਟਰ ਜਿਹੜਾ ਕਰ ਰਹੇ ਹਾਂ ਬੇਸਿਕ ਆਫ ਅਕਾਊਂਟ ਐਂਡ ਫਿਨਾਂਸ। ਅੱਜ ਕੱਲ੍ਹ ਆਪਾਂ ਗੱਲ ਕੀਤਾ ਸੀਗਾ ਕਿ ਅਕਾਊਂਟ ਕੀ ਹੈ, ਕਿ ਤੁਸੀਂ ਆਪਣਾ ਬੈਂਕ ਦੇ ਵਿੱਚ ਜਿਹੜਾ ਸਿੰਪਲ ਅਕਾਊਂਟ ਖੁਲਾਉਂਦੇ ਹੋ। ਅਕਾਊਂਟਿੰਗ ਕੀ ਹੈ, ਕੀ ਸਟੇਟਮੈਂਟ ਹੈ, ਕਿੰਨਾ ਪੈਸਾ ਕ੍ਰੈਡਿਟ ਹੋਇਆ ਅਤੇ ਕਿੰਨਾ ਉਹਦੇ ਵਿੱਚੋਂ ਡੈਬਿਟ ਹੋਇਆ। ਆਪਾਂ ਨੈਕਸਟ ਕੀ ਕੀਤਾ ਸੀ, ਬੁੱਕ ਕੀਪਿੰਗ, ਡਬਲ ਐਂਟਰੀ। ਅਤੇ ਅੱਜ ਆਪਾਂ ਅੱਗੇ ਬੇਟੇ ਕਰਨ ਲੱਗਾ ਤੁਹਾਡਾ ਟੌਪਿਕ ਟਰੇਡਿੰਗ ਅਕਾਊਂਟ। ਅਤੇ ਜਦੋਂ ਕੋਈ ਤੁਸੀਂ ਟਰੇਡ ਕਰਨਾ ਹੈ ਸ਼ੇਅਰ ਮਾਰਕੀਟ ਦੇ ਵਿੱਚ, ਤੁਸੀਂ ਸ਼ੇਅਰਸ ਨੂੰ ਪਰਚੇਜ਼ ਕਰਨਾ ਹੈ, ਉਹਦੇ ਲਈ ਤੁਹਾਨੂੰ ਪਹਿਲਾਂ ਇੱਕ ਆਪਣਾ ਟਰੇਡਿੰਗ ਅਕਾਊਂਟ ਖੁਲਾਉਣਾ ਪੈਂਦਾ। ਤੁਹਾਨੂੰ ਇੱਕ ID ਨੰਬਰ ਮਿਲ ਜਾਂਦਾ। ਉਸ ਟਰੇਡਿੰਗ ਅਕਾਊਂਟ ਜਿਹੜਾ ਹੈਗਾ ਉਹ ਤੁਹਾਡਾ ਡੀਮੈਟ ਅਕਾਊਂਟ, ਜਿਹੜਾ ਸਟਾਕ ਮਾਰਕੀਟ ਦੇ ਵਿੱਚ ਜਿਹਦੇ ਵਿੱਚ ਤੁਹਾਡੇ ਸ਼ੇਅਰਸ ਪੈਣੇ ਨੇ, ਅਤੇ ਬੈਂਕ ਅਕਾਊਂਟ ਦੇ ਵਿੱਚ ਇੱਕ ਲਿੰਕ ਦਾ ਕੰਮ ਕਰਦਾ। ਕਿਉਂਕਿ ਇਹਦੇ ਵਿੱਚ ਸਾਰੀ ਜਿਹੜੀ ਮਨੀ ਹੈ, ਜਦੋਂ ਤੁਸੀਂ ਸ਼ੇਅਰਸ ਨੂੰ ਅਪਲਾਈ ਕਰਨਾ ਉਹ ਤੁਹਾਡੇ ਡੀਮੈਟ ਅਕਾਊਂਟ ਦੇ ਵਿੱਚ ਆਉਣੇ ਨੇ, ਅਤੇ ਜਿਹੜੇ ਪੈਸੇ ਨੇ ਉਹ ਤੁਹਾਡੇ ਬੈਂਕ ਅਕਾਊਂਟ ਦੇ ਵਿੱਚੋਂ ਜਿੰਨੇ ਤੁਹਾਨੂੰ ਸ਼ੇਅਰ ਲਾਟ ਹੋਏ ਉਸ ਰੇਸ਼ੋ ਦੇ ਵਿੱਚ ਕੱਟੇ ਜਾਣੇ ਨੇ। ਜਦੋਂ ਤੁਸੀਂ ਸ਼ੇਅਰਸ ਨੂੰ ਵੇਚਣਾ ਆਪਣੇ ਟਰੇਡਿੰਗ ਅਕਾਊਂਟ ਦੇ ਵਿੱਚੋਂ, ਤਾਂ ਤੁਹਾਡੇ ਜਿਹੜੇ ਤੁਸੀਂ ਸ਼ੇਅਰ ਸੇਲ ਕੀਤੇ ਨੇ ਉਹਦੇ ਉੱਤੇ ਕਿੰਨਾ ਟੈਕਸ ਬਣਦਾ ਹੈ, ਗੌਰਮੈਂਟ ਨੇ ਉਹਦੇ ਵਿੱਚੋਂ ਅਕੋਰਡਿੰਗ ਟੂ ਰੂਲ ਤੁਹਾਡੇ ਵਿੱਚੋਂ ਟੈਕਸ ਨੂੰ ਆਪਣੇ ਆਪ ਕੱਟ ਕੇ ਅਤੇ ਬਾਕੀ ਪੈਸੇ ਜਮ੍ਹਾਂ ਕਰ ਦੇਣੇ ਨੇ। ਫਿਰ ਆਪਾਂ ਕੀ ਕਰਾਂਗੇ, ਟਰੇਡਿੰਗ ਅਕਾਊਂਟ। A trading account is used to buy or sell equity shares in stock market। ਜਿਹੜੇ ਆਪਣੇ ਕੋਲੇ ਸਟਾਕ ਮਾਰਕੀਟ ਹੈ ਉਹਦੇ ਵਿੱਚ ਜਿਹੜੇ ਸ਼ੇਅਰਸ ਨੇ ਉਹਨਾਂ ਨੂੰ ਵੇਚਣ ਤੇ ਖਰੀਦਣ ਦੇ ਲਈ ਜਿਹੜਾ ਅਕਾਊਂਟ ਹੈ ਉਹਨੂੰ ਆਪਾਂ ਟਰੇਡਿੰਗ ਅਕਾਊਂਟ ਕਹਿੰਦੇ ਹਾਂ। ਈਚ ਟਰੇਡਿੰਗ ਅਕਾਊਂਟ ਹੈਜ਼ ਅ ਯੂਨੀਕ ਟਰੇਡਿੰਗ ID ਆਈਡੈਂਟੀਫਿਕੇਸ਼ਨ which is utilized to perform online transactions। ਕਿਉਂਕਿ ਅੱਜ ਕੱਲ੍ਹ ਸਾਰਾ ਕੰਮ ਜਿੰਨਾ ਵੀ ਸਟਾਕ ਮਾਰਕੀਟ ਦਾ ਸਾਰਾ ਇਹ ਔਨਲਾਈਨ ਹੁੰਦਾ। ਤੁਸੀਂ ਆਪਣੇ ਘਰੇ ਬੈਠੇ, ਜਿਸ ਤਰ੍ਹਾਂ ਹੁਣ ਤੁਸੀਂ ਪੜ੍ਹ ਰਹੇ ਹੋ, ਇੱਦਾਂ ਹੀ ਤੁਸੀਂ ਆਪਣੇ ਘਰੇ ਬੈਠੇ ਜਦੋਂ ਸ਼ੇਅਰ ਮਾਰਕੀਟ ਸਵੇਰੇ ਓਪਨ ਹੋ ਜਾਂਦੀ ਹੈ, ਤੁਸੀਂ ਆਪਣੇ ਅਕੋਰਡਿੰਗਲੀ ਸ਼ੇਅਰਸ ਨੂੰ ਖਰੀਦ ਜਾਂ ਤੁਸੀਂ ਵੇਚ ਸਕਦੇ ਹੋ। A trading account acts like a link between Demat account and a bank account of an investor। ਜਿਹੜਾ ਇਨਵੈਸਟਰ ਹੈ ਜਿਹਨੇ ਪੈਸਾ ਲਾਉਣਾ ਹੈ, ਜਿਹੜਾ ਤੁਹਾਡਾ ਡੀਮੈਟ ਅਕਾਊਂਟ ਹੈ ਉਹਦੇ ਵਿੱਚ ਤੇ ਬੈਂਕ ਅਕਾਊਂਟ ਦੇ ਵਿੱਚ ਇੱਕ ਲਿੰਕ ਦਾ ਕੰਮ ਕਰਦਾ ਟਰੇਡਿੰਗ ਅਕਾਊਂਟ ਹੈ ਜਿਹੜਾ। When an investor wants to buy shares, he places an order through his trading account। ਤੇ ਬੇਟੇ ਉਹ ਕਿਸੇ ਵੀ ਸ਼ੇਅਰਸ ਨੂੰ ਪਰਚੇਜ਼ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਟਰੇਡਿੰਗ ਅਕਾਊਂਟ ਦੇ ਵਿੱਚੋਂ ਪੈਸਿਆਂ ਦੀ ਪੇਮੈਂਟ ਕਰਦਾ। The said transaction goes for processing in the stock market। ਜਿਹੜੀ ਸਟਾਕ ਮਾਰਕੀਟ ਦੇ ਵਿੱਚ ਉਹਦੀ ਪ੍ਰੋਸੈਸਿੰਗ ਹੁੰਦੀ ਹੈ। Upon execution the required number of shares get credited into his demat account। ਜਿੰਨੇ ਰੇਸ਼ੋ ਦੇ ਵਿੱਚ ਉਹਨਾਂ ਨੂੰ ਸਟਾਕ ਮਾਰਕੀਟ ਦੇ ਵਿੱਚੋਂ ਜਿਹੜੇ ਸ਼ੇਅਰਸ ਨੇ ਉਹ ਲਾਟ ਕੀਤੇ ਜਾਂਦੇ ਨੇ ਅਤੇ ਉਹਦੇ ਡੀਮੈਟ ਅਕਾਊਂਟ ਦੇ ਵਿੱਚ ਆ ਜਾਂਦੇ ਨੇ। ਐਂਡ ਆ ਪ੍ਰਪੋਰਸ਼ਨੇਟ ਸਮ ਗੈਟਸ ਡਿਡਕਟਡ ਫਰੋਮ ਦਾ ਬੈਂਕ ਅਕਾਊਂਟ। ਅਤੇ ਜਿੰਨਾ ਉਹਦਾ ਪੈਸਾ ਬਣਦਾ ਉਹ ਸ਼ੇਅਰਸ ਦਾ ਜਿਹੜੇ ਉਹਨੇ ਪਰਚੇਜ਼ ਕੀਤੇ ਨੇ, ਉਸ ਪੈਸੇ ਨੂੰ ਬੈਂਕ ਦੇ ਉਹਦੇ ਖਾਤੇ ਦੇ ਵਿੱਚੋਂ ਉਹਨੇ ਪੈਸੇ ਕੱਟ ਲਿੱਤੇ ਜਾਂਦੇ ਨੇ। ਜਿਹੜੇ ਟਰੇਡਿੰਗ ਅਕਾਊਂਟ ਸਮਝਾ ਰਿਹਾ ਇੱਕ ਵਾਰੀ, ਇਹ ਇੱਕ ਲਿੰਕ ਦਾ ਕੰਮ ਕਰਦਾ ਹੈ ਤੁਹਾਡਾ ਡੀਮੈਟ ਅਕਾਊਂਟ ਅਤੇ ਬੈਂਕ ਅਕਾਊਂਟ ਦੇ ਵਿੱਚ। ਜਦੋਂ ਤੁਸੀਂ ਕਿਸੇ ਵੀ ਸ਼ੇਅਰਸ ਨੂੰ ਸੇਲ ਕਰਨਾ ਜਾਂ ਪਰਚੇਜ਼ ਕਰਨਾ ਤਾਂ ਉਹਦੇ ਅਕੋਰਡਿੰਗਲੀ, ਜੇ ਤੁਸੀਂ ਪਰਚੇਜ਼ ਕਰਨਾ ਤੁਹਾਡੇ ਡੀਮੈਟ ਅਕਾਊਂਟ ਦੇ ਵਿੱਚ ਜਿੰਨੇ ਸ਼ੇਅਰਸ ਆਉਣਗੇ ਉਸ ਰੇਸ਼ੋ ਦੇ ਵਿੱਚ ਤੁਹਾਡਾ ਅਕਾਊਂਟ ਦੇ ਵਿੱਚੋਂ, ਤੁਹਾਡੇ ਬੈਂਕ ਅਕਾਊਂਟ ਦੇ ਵਿੱਚੋਂ ਪੈਸੇ ਕੱਟੇ ਜਾਣਗੇ। ਜਦੋਂ ਤੁਸੀਂ ਸੇਲ ਕਰਨਾ ਤਾਂ ਤੁਹਾਡੇ ਡੀਮੈਟ ਅਕਾਊਂਟ ਦੇ ਵਿੱਚੋਂ ਉਹਨੇ ਸ਼ੇਅਰਸ ਘੱਟ ਜਾਣਗੇ ਅਤੇ ਜਿਹੜੇ ਪੈਸੇ ਨੇ ਟੈਕਸ ਕੱਟ ਕੇ ਤੁਹਾਡੇ ਖਾਤੇ ਦੇ ਵਿੱਚ ਆ ਜਾਣਗੇ। ਨੈਕਸਟ ਅਗਰ ਆਪਣੇ ਕੋਲ ਆ ਗਿਆ PL, ਜਿਹਨੂੰ ਆਪਾਂ ਕਹਿੰਦੇ ਪਰਸਨਲ ਲੈਜਰ ਅਕਾਊਂਟ। ਇਹ ਗੌਰਮੈਂਟ ਦਾ ਅਕਾਊਂਟ ਹੁੰਦਾ। It is an account with the government which is utilized for various kind of government works। ਇਹ ਗੌਰਮੈਂਟ ਦਾ ਆਪਾਂ ਨੂੰ ਖਾਤਾ ਕਹਿੰਦੇ ਆ। ਇਹ ਗੌਰਮੈਂਟ ਦੇ ਕੰਮ ਦੇ ਲਈ ਫਰਦਰ ਯੂਟੀਲਾਈਜ਼ ਕੀਤਾ ਜਾਂਦਾ। ਇੱਥੇ ਆਪਾਂ ਐਗਜ਼ਾਮਪਲ ਲਿੱਤੀ ਹੈ ਪੋਲੀਟੈਕਨਿਕ ਕਾਲਜ ਦੀ। ਜਿਸ ਤਰ੍ਹਾਂ ਤੁਸੀਂ ਸਟੂਡੈਂਟਸ ਹੋ, ਤੁਸੀਂ ਆਪਣੀ ਫੀਸ ਪੇ ਕਰਦੇ ਹੋ
ਇਹ ਜਿਹੜੀ ਫੀਸ ਦਾ ਪੈਸੇ ਨੇ ਜਿਹੜੇ ਇਹ ਪ੍ਰਿੰਸੀਪਲ ਸਰ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਹੋ ਜਾਂਦੇ ਨੇ, ਪ੍ਰਿੰਸੀਪਲਸ ਆਫੀਸ਼ੀਅਲ ਅਕਾਊਂਟ ਦੇ ਵਿੱਚ ਜਾਂਦੇ ਨੇ। ਉਸ ਤੋਂ ਬਾਅਦ ਕੀ ਹੈ, ਦਾ ਮਨੀ ਡਿਪੋਜ਼ਿਟਡ ਇਨ ਪ੍ਰਿੰਸੀਪਲ ਅਕਾਊਂਟ ਟ੍ਰਾਂਸਫਰਡ ਟੂ ਬੈਂਕ ਵਿਦ ਦਾ ਹੈਲਪ ਆਫ ਚਲਾਨ। ਜਿਹੜੀ ਪ੍ਰਿੰਸੀਪਲ ਅਕਾਊਂਟ ਦੇ ਵਿੱਚ ਪੈਸਾ ਆਇਆ ਤਾਂ ਉਹਦਾ ਚਲਾਨ ਭਰ ਕੇ ਉਹਨੂੰ ਇੱਥੋਂ ਪੈਸੇ ਨੂੰ ਆਪਾਂ ਇੱਥੇ ਸ਼ਿਫਟ ਕਰਤਾ। ਪਹਿਲਾਂ ਜਿਹੜੇ ਸਟੂਡੈਂਟਸ ਨੇ ਪੇਮੈਂਟ ਕੀਤੀ, ਸਾਰੀ ਸਟੂਡੈਂਟਸ ਨੇ ਪੈਸੇ ਪੇ ਕੀਤੇ, ਪ੍ਰਿੰਸੀਪਲ ਦੇ ਆਫੀਸ਼ੀਅਲ ਅਕਾਊਂਟ ਦੇ ਵਿੱਚ ਆ ਗਏ ਤੇ ਉਹਨੂੰ ਚਲਾਨ ਭਰ ਕੇ ਬੈਂਕ ਦੇ ਵਿੱਚ ਭੇਜਤਾ। ਬੈਂਕ ਤੋਂ ਬਾਅਦ ਤੁਸੀਂ ਇਹਨੂੰ ਫਰਦਰ ਖਜ਼ਾਨੇ ਦੇ ਵਿੱਚ ਭੇਜਿਆ, ਟ੍ਰੇਜ਼ਰੀ ਦੇ ਵਿੱਚ ਇਹਨੂੰ ਭੇਜ ਦਿੱਤਾ ਗਿਆ। ਫਰੋਮ ਟ੍ਰੇਜ਼ਰੀ ਮਨੀ ਯੂਟੀਲਾਈਜ਼ਡ ਫॉर ਡਿਵੈਲਪਮੈਂਟ ਵਰਕ। ਤਾਂ ਜਦੋਂ ਕਾਲਜ ਨੂੰ ਪੈਸੇ ਚਾਹੀਦੇ ਨੇ, ਜਿਹੜਾ ਉਹਨਾਂ ਦਾ PLA ਅਕਾਊਂਟ ਹੈ, ਤਾਂ ਖਜ਼ਾਨੇ 'ਚੋਂ ਪੈਸੇ ਕਢਾਉਣਗੇ ਅਤੇ ਪ੍ਰਿੰਸੀਪਲ ਦੇ ਅਕਾਊਂਟ ਦੇ ਵਿੱਚ ਆ ਜਾਣਗੇ। ਜਦੋਂ ਕੋਈ ਸਰਕਾਰੀ ਕੰਮ ਕਰਨਾ, ਜਿਵੇਂ ਹੁਣ ਦੇਖੋ ਆਪਣੇ ਕਾਲਜ ਦੇ ਵਿੱਚ ਕੰਮ ਹੋ ਰਹੇ ਨੇ, ਪੋਲੀਟੈਕਨਿਕ ਕਾਲਜ ਦੇ ਵਿੱਚ, ਉਸਦੇ ਕੀ ਹੈ ਕਿ ਖਜ਼ਾਨੇ ਦੇ ਵਿੱਚੋਂ ਪੈਸੇ ਨੂੰ ਵਿਡਰਾ ਹੋਏਗਾ ਤੇ ਫਿਰ ਉਹ ਸੇਮ ਪ੍ਰਿੰਸੀਪਲ ਅਕਾਊਂਟ ਦੇ ਵਿੱਚ ਆ ਕੇ ਤੇ ਡਿਵੈਲਪਮੈਂਟ ਵਰਕ ਦੇ ਲਈ ਉਹਨੂੰ ਵਰਤਿਆ ਜਾਏਗਾ। PLA ਅਕਾਊਂਟ ਹੈਜ਼ 3 ਸਟੇਜਸ। ਦੀਆਂ 3 ਸਟੇਜਸ ਨੇ। ਫਸਟ ਸਟੇਜ ਕੀ ਹੈ ਕਿ ਪਬਲਿਕ ਮਨੀ ਕਲੈਕਟਡ। ਦੇਖੋ ਇੱਥੇ ਵੀ ਸਟੂਡੈਂਟਸ ਦੀ ਮਨੀ ਹੈ, ਪਬਲਿਕ ਮਨੀ ਹੈ। ਅਦਰਵਾਈਜ਼ ਕੀ ਹੈ ਕਿ ਜਿਹੜੀ ਪਬਲਿਕ ਮਨੀ ਪਹਿਲਾਂ ਆਪਾਂ ਇਕੱਠੀ ਕੀਤੀ ਹੈ ਫਸਟ ਸਟੇਜ ਦੇ ਵਿੱਚ। ਸੈਕੰਡ ਸਟੇਜ ਕੀ ਹੈ, ਪਬਲਿਕ ਮਨੀ ਡਿਪੋਜ਼ਿਟਡ ਇਨ ਬੈਂਕ। ਉਹ ਜਿਹੜੀ ਪਬਲਿਕ ਮਨੀ ਇਕੱਠੀ ਕੀਤੀ ਉਹਨੂੰ ਚਲਾਨ ਭਰ ਕੇ ਉਹਨੂੰ ਬੈਂਕ ਦੇ ਖਾਤੇ ਦੇ ਵਿੱਚ, ਸਰਕਾਰੀ ਖਾਤੇ ਦੇ ਵਿੱਚ ਇਹਨੂੰ ਜਮ੍ਹਾਂ ਕਰਾਤਾ। ਥਰਡ ਸਟੇਜ ਫਰੋਮ ਟ੍ਰੇਜ਼ਰੀ ਮਨੀ ਕੈਨ ਬੀ ਵਿਡਰਾਨ ਫॉर ਪਬਲਿਕ ਵਰਕਸ। ਤੀਜੀ ਸਟੇਜ ਇਹਦੀ ਕੀ ਹੈ ਕਿ ਮਨੀ ਨੂੰ ਖਜ਼ਾਨੇ ਦੇ ਵਿੱਚੋਂ ਵਿਡਰਾ ਕਰਕੇ ਸਰਕਾਰੀ ਕੰਮਾਂ ਦੇ ਲਈ, ਪਬਲਿਕ ਵਰਕਸ ਜਿਹੜੇ ਗਵਰਨਮੈਂਟ ਦੇ ਕੰਮ ਨੇ ਉਹਨਾਂ ਦੇ ਲਈ ਉਹਨੂੰ ਯੂਟੀਲਾਈਜ਼ ਕਰਦਾ। ਜਿਹੜੇ PLA ਅਕਾਊਂਟ ਕੀ ਹੈ ਕਿ ਇੱਕ ਸਰਕਾਰੀ ਅਕਾਊਂਟ ਹੈ ਜਿਸ ਨੂੰ ਪਹਿਲਾਂ ਇਕੱਠਾ ਕੀਤਾ ਜਾਂਦਾ, ਫਸਟ ਸਟੇਜ ਹੈ ਉਹਦੀ। ਫਿਰ ਉਹਨੂੰ ਸੈਕੰਡ ਸਟੇਜ ਦੇ ਵਿੱਚ ਕੀ ਹੈ, ਉਹਨੂੰ ਚਲਾਨ ਭਰ ਕੇ ਬੈਂਕ ਦੇ ਵਿੱਚ ਜਮ੍ਹਾਂ ਕਰਾ ਦਿੱਤਾ ਜਾਂਦਾ ਹੈ। ਥਰਡ ਸਟੇਜ ਦੇ ਵਿੱਚ ਟ੍ਰੇਜ਼ਰੀ ਤੋਂ ਪੈਸੇ ਨੂੰ ਵਿਡਰਾ ਕਰਕੇ ਉਹਨੂੰ ਗਵਰਨਮੈਂਟ ਦੇ ਵਰਕਸ ਦੇ ਵਿੱਚ ਵਰਤਿਆ ਜਾਂਦਾ ਹੈ। ਅੱਗੇ ਆਪਣੇ ਕੋਲੇ ਆ ਗਿਆ ਬੈਲੈਂਸ ਸ਼ੀਟ। ਬੈਲੈਂਸ ਸ਼ੀਟ ਕੀ ਹੁੰਦੀ ਹੈ, ਕਿਸੇ ਵੀ ਕੰਪਨੀ ਦੀ ਕੋਈ ਫਾਈਨੈਂਸ਼ੀਅਲ ਸਟੇਟਮੈਂਟ ਹੁੰਦੀ ਹੈ। ਉਹਦੇ ਵਿੱਚ ਦੱਸਿਆ ਹੁੰਦਾ ਹੈ ਕਿ ਟੋਟਲ 1 ਸਾਲ ਦੇ ਵਿੱਚ ਕੰਪਨੀ ਨੇ, ਜਿਵੇਂ ਆਪਾਂ ਇੱਥੇ ਕੀਤਾ ਕਿ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ। ਲੈਫਟ ਹੈਂਡ ਸਾਈਡ ਦੇ ਉਹਦੀਆਂ ਐਸੈਟਸ ਆ ਗਈਆਂ ਕੰਪਨੀ ਦੀਆਂ, ਟੋਟਲ ਕੰਪਨੀ ਦੀ ਐਸੈਟ ਕੀ ਹੈ, ਉਹਦੀ ਪੂੰਜੀ ਕੀ ਹੈ ਟੋਟਲ ਕੰਪਨੀ ਕੋਲੇ। ਰਾਈਟ ਹੈਂਡ ਸਾਈਡ ਦੇ ਉੱਤੇ ਉਹਦੀਆਂ ਲਾਇਬਿਲਟੀਜ਼ ਕੀ ਨੇ, ਕੰਪਨੀਜ਼ ਦੀਆਂ ਲਾਇਬਿਲਟੀਜ਼, ਪਲੱਸ ਸ਼ੇਅਰ ਹੋਲਡਰਸ ਇਕੁਇਟੀ, ਜਿਹੜਾ ਮਾਰਕੀਟ ਦੇ ਵਿੱਚ ਪੈਸਾ ਲੱਗ ਗਿਆ, ਜਿਹੜੀ ਇਕੁਇਟੀ ਹੈ ਸ਼ੇਅਰ ਹੋਲਡਰਸ ਦੀ ਜਿਹੜੀ ਇਕੁਇਟੀ ਹੈ। ਬੈਲੈਂਸ ਸ਼ੀਟ ਆਫ ਕੰਪਨੀ, it is a financial statement that provides a snapshot of what a company owns and owes, as well as the amount invested by shareholders as of date of publication। जिस डेट ਨੂੰ, ਜੇ ਸਪੋਜ਼ 1 ਸਾਲ ਬਾਅਦ ਪਬਲਿਕੇਸ਼ਨ ਹੋਣੀ ਹੈ, ਉਸ ਦਿਨ ਦੇਖਣਾ ਹੈ ਕਿ ਕੰਪਨੀ ਕੋਲੇ ਐਸੈਟਸ ਦੇ ਵਿੱਚ ਟੋਟਲ ਅਮਾਉਂਟ ਕਿੰਨੀ ਹੈ ਤੇ ਕੰਪਨੀ ਦੀਆਂ ਜ਼ਿੰਮੇਵਾਰੀਆਂ ਕਿੰਨੀਆਂ ਨੇ ਤੇ ਸ਼ੇਅਰ ਹੋਲਡਰ ਦੀ ਇਕੱਠੀ ਕਿੰਨੀ ਹੈ। ਦੋਨਾਂ ਨੂੰ ਆਪਾਂ ਨੇ ਲੈਫਟ ਹੈਂਡ ਸਾਈਡ ਤੇ ਰਾਈਟ ਸਾਈਡ ਦੇ ਉੱਤੇ ਲਿਖ ਕੇ ਇੱਕ ਸਟੇਟਮੈਂਟ ਜਾਰੀ ਕਰਨੀ ਹੈ। ਉਹਦੇ ਵਿੱਚ ਪਤਾ ਲੱਗ ਜਾਏਗਾ ਕਿ ਕੰਪਨੀ ਕੋਲੇ ਕੀ ਕੀ ਹੈਗਾ ਤੇ ਕੰਪਨੀ ਦੀਆਂ ਕੀ ਕੀ ਜ਼ਿੰਮੇਵਾਰੀਆਂ ਨੇ। ਅੱਗੇ ਆਪਣੇ ਕੋਲੇ ਆ ਗਿਆ ਆਬਜੈਕਟਿਵਸ ਆਫ ਫਾਈਨੈਂਸ਼ੀਅਲ ਮੈਨੇਜਮੈਂਟ। ਦੇਖੋ ਜਿਹੜੀ ਫਾਈਨੈਂਸ਼ੀਅਲ ਮੈਨੇਜਮੈਂਟ ਬੜੀ ਇੰਪੋਰਟੈਂਟ ਮੈਨੇਜਮੈਂਟ ਹੈ ਇਸ ਟਾਈਮ ਦੇ ਵਿੱਚ। ਜਿਸ ਤਰ੍ਹਾਂ ਹੁਣ ਆਪਾਂ ਕਰੋਨਾ ਦੇ ਪੀਰੀਅਡ ਚੋਂ ਗੁਜ਼ਰ ਰਹੇ ਹਾਂ, ਫਾਈਨੈਂਸ਼ੀਅਲ ਕ੍ਰਾਈਸਿਸ ਕਾਫੀ ਜ਼ਿਆਦਾ ਆਇਆ ਹੋਇਆ ਹੈ। ਫੋਲੋਇੰਗ ਆਰ ਦਾ ਮੇਨ ਆਬਜੈਕਟਿਵਸ ਆਫ ਆਰਗੇਨਾਈਜੇਸ਼ਨ। ਪਹਿਲੇ ਨੰਬਰ ਤੇ ਫਸਟ ਕੀ ਹੈ, ਟੂ ਮੇਨਟੇਨ ਲਿਕੁਇਡ ਐਸੈਟਸ। ਲਿਕੁਇਡ ਮੀਨਸ ਕੈਸ਼ ਫਲੋ। ਕੰਪਨੀ ਨੂੰ ਆਪਣੇ ਖਰਚੇ ਚਲਾਉਣ ਦੇ ਲਈ ਕੁਝ ਕੈਸ਼ ਪੈਸੇ ਚਾਹੀਦੇ ਹੁੰਦੇ ਨੇ। ਉਹ ਕੀ ਕੰਪਨੀ ਕੋਲੇ ਉਹਨਾਂ ਲਿਕੁਇਡ ਐਸੈਟਸ ਹੈਗੀਆਂ ਨੇ। To check if the firm has adequate cash in hand to meet the obligation at all times। ਕੁਝ ਜਿਹੜੀਆਂ ਪੇਮੈਂਟਸ ਨੇ ਕੰਪਨੀ ਨੂੰ ਉਹ ਕੈਸ਼ ਦੇ ਵਿੱਚ ਕਰਨੀਆਂ ਪੈਂਦੀਆਂ ਨੇ, ਉਹਨੂੰ ਆਪਾਂ ਲਿਕੁਇਡ ਮਨੀ ਕਹਿੰਦੇ ਆ। ਸੈਕੰਡ ਇਜ਼ ਪ੍ਰੋਫਿਟ ਮੈਕਸੀਮਾਈਜੇਸ਼ਨ। ਕੋਈ ਜਿਹੜੇ ਬੰਦੇ ਸ਼ੇਅਰ ਮਾਰਕੀਟ ਦੇ ਵਿੱਚ, ਜਦੋਂ ਆਪਾਂ ਸ਼ੇਅਰ ਖਰੀਦਦੇ ਆ, ਕੰਪਨੀ ਦੇ ਸ਼ੇਅਰ ਖਰੀਦਦੇ ਆ, ਕੰਪਨੀ ਦੇ ਸ਼ੇਅਰਾਂ ਵਿੱਚ ਪੈਸਾ ਲਾਉਂਦੇ ਆ, ਉਹਦਾ ਹਰ ਇੱਕ ਬੰਦੇ ਦਾ ਪਰਪਸ ਇਹ ਹੁੰਦਾ ਹੈ ਕਿ ਉਹਦੇ ਸ਼ੇਅਰਸ ਦੀ ਜਿਹੜੀ ਮਨੀ ਹੈ ਉਹ ਮਲਟੀਪਲਾਈ ਹੋਵੇ, ਉਹਦੇ ਵਿੱਚ ਵੈਲਿਊ ਐਡੀਸ਼ਨ ਹੋਵੇ। ਹੁਣ ਆਪਾਂ ਕਹਿੰਦੇ ਕਿ ਪ੍ਰੋਫਿਟ ਮੈਕਸਿਮਾਈਜੇਸ਼ਨ, ਕਿ ਉਹਨਾਂ ਨੂੰ ਇੱਕ ਸ਼ੇਅਰ ਦੇ ਮਗਰ ਮੈਕਸਿਮਮ ਪ੍ਰੋਫਿਟ ਹੋਵੇ।
ਕਿਉਂਕਿ ਉਹਨਾਂ ਦੇ ਸ਼ੇਅਰ ਹੋਲਡਰਸ ਦੇ ਪੈਸੇ ਦੇ ਨਾਲ ਹੀ ਕੰਪਨੀ ਚੱਲ ਰਹੀ ਹੈ। The approach by which profit earnings per share are increased, ਇੱਕ ਸ਼ੇਅਰ ਮਾਰਕੀਟ ਜਿਹੜੀ ਹੈ ਅਰਨਿੰਗਸ ਨੇ ਇਨਕਰੀਜ਼ ਹੋ ਜਾਂਦੀਆਂ ਨੇ। All the decisions are focused on maximizing the profits to maximum level. In short run, the objective of profit maximization is to reduce risk and uncertainty in business decisions. ਬੇਟੇ ਪ੍ਰੋਫਿਟ ਮੈਕਸਿਮਾਈਜ਼ੇਸ਼ਨ ਦਾ ਪਰਪਸ ਇਹੀ ਹੈ ਕਿ ਜਿਹੜਾ ਬੰਦਾ ਕੰਪਨੀ ਦੇ ਵਿੱਚ ਪੈਸਾ ਲਾਉਂਦਾ ਹੈ ਉਹ ਕਹਿੰਦਾ ਹੈ ਕਿ ਮੇਰਾ ਪੈਸਾ ਮੈਕਸਿਮਮ ਮਲਟੀਪਲਾਈ ਹੋਵੇ ਤੇ ਉਹਨੂੰ ਕੋਈ ਅਨਸਰਟੇਨਿਟੀ ਨਹੀਂ ਚਾਹੀਦੀ। ਇਹ ਨਹੀਂ ਕਿ ਉਹ ਕਿਸੇ ਰਿਸਕ ਤੇ ਉਹਦਾ ਪੈਸਾ ਹੋਵੇ, ਕਿ ਜਿਹੜਾ ਪੈਸਾ ਲੋਕਾਂ ਨੇ ਕੰਪਨੀ ਤੇ ਵਿਸ਼ਵਾਸ ਕਰਕੇ ਕੰਪਨੀ ਦੇ ਬਿਜ਼ਨਸ ਦੇ ਵਿੱਚ ਲਾਇਆ, ਚਾਹੇ ਪ੍ਰਾਈਵੇਟ ਸੈਕਟਰ ਦੇ ਵਿੱਚ ਲਾਇਆ ਚਾਹੇ ਪਬਲਿਕ ਸੈਕਟਰ ਦੇ ਵਿੱਚ ਲਾਇਆ, ਉਹ ਚਾਹੁੰਦੇ ਨੇ ਅਨਸਰਟੇਨਿਟੀ ਨਹੀਂ ਹੋਣੀ ਚਾਹੀਦੀ ਮਾਰਕੀਟ ਦੇ ਵਿੱਚ ਕੋਈ ਵੀ, ਚਾਹੇ ਰਿਸਕ ਫੈਕਟਰ ਨਹੀਂ ਹੋਣਾ ਚਾਹੀਦਾ। ਹਰ ਇੱਕ ਜਿਹੜਾ ਬੰਦਾ ਪੈਸਾ ਲਾਉਂਦਾ ਇਹੀ ਚਾਹੁੰਦਾ ਕਿ ਮੇਰੇ ਪੈਸੇ ਦੀ ਮੈਕਸਿਮਮ ਪ੍ਰੋਫਿਟ ਮੈਕਸਿਮਾਈਜ਼ੇਸ਼ਨ ਹੋ ਜੇ, ਮਲਟੀਪਲੀਕੇਸ਼ਨ ਹੋ ਜੇ ਪੈਸੇ ਦੀ, ਪੈਸਾ ਵੱਧ ਤੋਂ ਵੱਧ ਗਰੋ ਕਰ ਜੇ। ਨੈਕਸਟ ਇਜ਼ ਵੈਲਥ ਮੈਕਸਿਮਾਈਜ਼ੇਸ਼ਨ। ਵੈਲਥ ਜਿਹੜੀ ਕੰਪਨੀ ਦੀ ਆਪਣੀ ਵੈਲਥ ਹੈ ਉਹਨੂੰ ਮੈਕਸਿਮਾਈਜ਼ ਕਰਨਾ। Wealth maximization should follow a policy which increase the earnings per share in long run. ਜਿਹੜੀਆਂ ਅਰਨਿੰਗਸ ਨੇ ਸ਼ੇਅਰਸ ਦੇ ਉੱਤੇ ਲੰਬੇ ਟਾਈਮ ਦੇ ਲਈ ਆਪਾਂ ਨੂੰ ਸ਼ੇਅਰਸ ਰੱਖਣੇ ਪੈਂਦੇ ਨੇ ਪਰਚੇਸ ਕਰਕੇ, ਤੇ ਜਦੋਂ ਮਲਟੀਪਲਾਈ ਕਰਦੇ ਨੇ ਵੈਲਿਊ ਇਨਕਰੀਜ਼ ਕਰਦੀ ਹੈ, ਇਟ ਮੀਨਸ ਕੰਪਨੀ ਦੀ ਵੈਲਥ ਵਧ ਰਹੀ ਹੈ। ਉਹ ਵੈਲਥ ਮੈਕਸਿਮਾਈਜ਼ੇਸ਼ਨ overcomes all the limitations that profit maximization possesses. ਜਿਹੜੀਆਂ ਲਿਮਿਟੇਸ਼ਨਸ ਹੁੰਦੀਆਂ ਨੇ ਪ੍ਰੋਫਿਟ ਮੈਕਸਿਮਾਈਜ਼ੇਸ਼ਨ ਦੇ ਵਿੱਚ, ਉਹ ਸਾਰੀਆਂ ਨੂੰ ਜਿਹੜੀ ਵੈਲਥ ਮੈਕਸਿਮਾਈਜ਼ੇਸ਼ਨ ਹੈ ਉਹ ਓਵਰਕਮ ਕਰ ਜਾਂਦੀ ਹੈ। ਇਹ ਤੁਹਾਡਾ ਬੇਟੇ 6th ਚੈਪਟਰ ਹੁਣ ਖਤਮ ਹੋ ਗਿਆ। ਇਹ ਵਿੱਚ ਤੁਹਾਨੂੰ ਪੇਪਰ ਦੇ ਵਿੱਚ 5 ਨੰਬਰ ਦੇ 2 ਕੁਐਸਚਨ ਆ ਸਕਦੇ ਨੇ। ਇੰਪੋਰਟੈਂਟ ਚੈਪਟਰ ਹੈ ਤੁਹਾਡਾ। 6th ਚੈਪਟਰ ਅੱਜ ਖਤਮ ਹੋ ਗਿਆ, ਅੱਗੇ ਆਪਾਂ ਤੁਹਾਡਾ 7th ਸ਼ੁਰੂ ਕਰਾਂਗੇ। ਥੈਂਕ ਯੂ ਬੇਟੇ।